फिर कह देंगे कि तेरी चार बेटियां मतलब कि कोई लड़का नहीं है, कितना नहीं है। फिर अजीब लगता है कि इस गल नूं कि रब ਇਹਦੇ ਨਾਲ ਤਾਂ ਸਗੋਂ ਮੈਨੂੰ ਬਾਹਰ ਹੀ ਰਹਿਣ ਦਿੰਦਾ, ਸਗੋਂ ਵਧੀਆ ਸੀ। बेटियां ही ना देंगे, अगर अपने बेटे ही देना ही तो एक ही देना ही। उधर हस्बैंड भी ऐदा ही तो या फिर उन्होंने बचा के रखना कि चलो किसी भी तरह आप रल मिल के पाल लेंगे हैं। मापे मरण ते होण यतीम बच्चे सिरों उठ जांदी है छान लोको। जग चाचियां मासियां लख होवन कोई बन नहीं सकदा मां लोको, कोई बन नहीं सकदा मां लोको। एक इहो जिहा किस्सा ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਸ਼ਹਿਰ ਤੋਂ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਕਿ ਸਿਰ ਤੇ ਮਾਂ ਦਾ ਸਾਇਆ, ਥੱਲੇ 4 ਬੱਚੀਆਂ, ਪਿਓ ਦਾ ਸਾਇਆ ਸਿਰ ਤੋਂ ਮਿਟ ਚੁੱਕਿਆ ਹੈ। ਉਹ ਇੱਕ ਇਕੱਲੀ ਮਾਂ ਆਪਣੀ 4 ਛੋਟੀ ਬੱਚੀਆਂ ਨੂੰ ਕਿਵੇਂ ਪਾਲਣ ਪੋਸ਼ਣ ਕਰਦੀ ਹੋਵੇਗੀ ਔਰ ਸਮੇਂ ਦੀਆਂ ਸਰਕਾਰਾਂ ਨੇ ਕੀ ਉਹਨਾਂ ਦੀ ਮਦਦ ਕੀਤੀ। ਅਸੀਂ ਗੱਲਬਾਤ ਕਰਦੇ ਹਾਂ ਉਸ ਮਾਂ ਦੇ ਨਾਲ ਕਿ ਕਿਹੋ ਜਿਹੇ ਹਾਲਾਤਾਂ ਦੇ ਵਿੱਚੋਂ ਗੁਜ਼ਰ ਕੇ ਔਰ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਸ ਤਰ੍ਹਾਂ ਕਰ ਰਹੀ ਹੈ। ਜੀ ਤੁਹਾਡਾ ਔਰ ਕਿੱਥੋਂ ਦੇ ਰਹਿਣ ਵਾਲੇ? ਵੀ ਮੇਰਾ ਨਾਮ ਸੋਨੀਆ, ਵੀ ਧਿਆਨਪੁਰ ਡਾਲੀ ਚੱਕ ਦੀ ਰਹਿਣ ਵਾਲੇ ਹਾਂ। ਤੇ ਜਿਸ ਤਰ੍ਹਾਂ ਕਿ ਅਸੀਂ ਦੇਖ ਪਾ ਰਹੇ ਹਾਂ ਕਿ ਤੁਹਾਡੀਆਂ 4 ਬੱਚੀਆਂ ਨੇ, ਕੀ ਨਾਮ ਹੈ ਬੱਚੀਆਂ ਦਾ ਔਰ ਕਿੰਨੀ ਕਿੰਨੀ ਏਜ ਹੈ ਇਹਨਾਂ ਦੀ? ਇੱਕ ਤਾਂ ਸਭ ਤੋਂ ਵੱਡੀ ਬੇਟੀ ਦਾ ਨਾਮ मीनू, वो 12 साल की है। तो उस तो बाद छोटी रेनू, तो रेनू 9 साल की है, एक 3 साल की है, तो एक 2 साल की है। 4 ਛੋਟੀਆਂ ਬੱਚੀਆਂ ਦੇ ਨਾਲ ਤੁਸੀਂ ਆਪਣਾ ਜੀਵਨ ਕਿਸ ਤਰ੍ਹਾਂ ਬਤੀਤ ਕਰ ਰਹੇ ਹੋ? ਇਸ ਤਰ੍ਹਾਂ ਹੀ ਮਾੜਾ ਮੋਟਾ ਜਿਸ ਤਰ੍ਹਾਂ ਮਤਲਬ ਕਿ ਗੁਜ਼ਾਰਾ ਵੀ ਨਹੀਂ ਹੁੰਦਾ, ਕਈ ਵਾਰੀ ਹੁੰਦਾ ਵੀ ਹੈ ਕਿ ਇਸ ਤਰ੍ਹਾਂ ਹੀ ਕਿਸੇ को कोई दे ਦਿੱਤਾ तो ठीक है, नहीं ਦਿੱਤਾ तो घर ਦਾ ਕੰਮ ਕਰਕੇ ਕਿਸੇ ਦੀ ਝਾੜੂ ਪੋਚਾ, ਖਾਣਾ ਬਣਾਉਣਾ, ਇੱਦਾਂ ਕਰਕੇ ਟਾਈਮ ਪਾਸ ਕਰਦੇ ਹਾਂ। ਹਸਬੈਂਡ ਦੀ ਡੈਥ ਹੋਈ ਨੂੰ ਕਿੰਨੀ ਦੇਰ ਹੋ ਚੁੱਕੀ ਹੈ ਜੀ? 2 ਸਾਲ ਹੋ ਗਏ ਜੀ, ਤੀਸਰਾ ਮਹੀਨਾ 22 ਤਰੀਕ ਨੂੰ 2 ਸਾਲ ਹੋ ਜਾਣਾ ਵਾ, ਹਲੇ ਹੋਈ ਨਹੀਂ। ਕਿ 4 ਬੱਚੀਆਂ ਤੋਂ ਇਲਾਵਾ ਪਰਿਵਾਰ ਦੇ ਵਿੱਚ ਹੋਰ ਵੀ ਹੈ ਕੋਈ, ਹੈ ਸਿਰਫ 4 ਬੱਚੀਆਂ ਔਰ ਤੁਸੀਂ ਹੋ? ਬਾਕੀ ਤਾਂ ਸਾਰੇ ਫੈਮਿਲੀ ਆਪਣੀ ਹੈ। ਚਲੋ ਉਹਨਾਂ ਦੇ ਮੇਰਾ ਕੋਈ ਨਹੀਂ, ਕਿਉਂਕਿ ਉਹ ਤੁਹਾਨੂੰ ਪਤਾ ਹੀ ਹੈ ਜਿੱਦਾਂ ਦਾ ਹੈਗੇ ਆ, ਸਾਰੇ ਆਪਣੇ ਆਪਣੇ ਕੰਮ ਕਰਦੇ ਕਿਸ ਤਰ੍ਹਾਂ ਨਹੀਂ ਆ। ਤਾਂ ਮੈਂ ਆਪਣੀ ਬੱਚਿਆਂ ਨੂੰ, ਮੈਨੂੰ ਕਿਸ ਨੇ ਕੀ ਦੇਣਾ ਹੈ, ਇਸ ਕਰਕੇ ਮੈਨੂੰ ਉੱਥੇ ਛੱਡ ਕੇ ਆਉਣਾ ਪਿਆ ਕਿ ਬੱਚੇ ਮੇਰੇ ਭੁੱਖੇ ਪਾਣੀ ਕਿਸ ਤਰ੍ਹਾਂ ਵੀ ਰਹਿੰਦੇ ਆ। ਤਾਂ ਮੈਂ ਇੱਥੇ ਆਣ ਕੇ ਆਪਣਾ ਟਾਈਮ ਪਾਸ। ਯਾਨੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ 2 ਸਾਲ ਤੋਂ ਤੁਹਾਡੇ ਪਤੀ ਦੀ ਡੈਥ ਹੋ ਚੁੱਕੀ ਹੈ, 2 ਸਾਲ ਤੋਂ ਬੱਚਿਆਂ ਦਾ ਪਾਲਣ ਪੋਸ਼ਣ ਜਿਹੜਾ ਤੁਸੀਂ ਹੀ ਕਰ ਰਹੇ ਹੋ? ਹਾਂਜੀ, ਜਿਸ ਤਰ੍ਹਾਂ ਮਤਲਬ ਕਿ ਉੱਥੇ ਆਪਾਂ ਰਹਿੰਦੇ ਸੀ, ਜਿੰਨਾ ਕਰ ਮੈਂ ਕੰਮ ਕਰਦੀ ਸੀ, ਉਹ ਚਲੋ ਉਹ ਲੈ ਕੇ ਆਏ ਸੀ, ਮੈਨੂੰ ਬਟਾਲੇ ਲੈ ਕੇ ਆਏ ਸੀ, ਕੁਛ ਰਾਸ਼ਨ ਪਾਣੀ ਉਹ ਦਿੰਦੇ ਸੀ, ਚਲੋ ਮੇਰੇ ਗੁਜ਼ਾਰਾ ਹੋ ਜਾਂਦਾ ਸੀ। ਤਾਂ ਪਰ ਇਸ ਟਾਈਮ ਕੁਛ ਪ੍ਰੋਬਲਮ ਇੱਦਾਂ ਦਾ ਹੋਇਆ ਵਾ, ਅਤੇ ਇਸ ਕਰਕੇ ਮੈਨੂੰ ਇੱਥੇ ਆਣ ਕੇ ਰਹਿਣਾ ਪਿਆ। ਜਦੋਂ 2 ਸਾਲ ਪਹਿਲੇ ਹਸਬੈਂਡ ਦੀ ਤੁਹਾਡੀ ਡੈਥ ਹੋ ਗਈ, ਡਾਲਾ ਚੈਕ ਜਿੱਥੇ ਤੁਸੀਂ ਤੁਹਾਡੀ ਮੈਰਿਜ ਹੋਈ ਸੀਗੀ, ਉੱਥੇ ਮਕਾਨ ਆਪਦਾ ਸੀਗਾ ਜਾਂ ਫਿਰ ਉੱਥੇ ਵੀ ਤੁਸੀਂ ਰੈਂਟ ਤੇ ਹੀ ਸੀਗੇ? ਨਹੀਂ, ਉੱਥੇ ਆਪਣਾ ਸੀ, ਗੁਜ਼ਾਰਾ ਚੁੱਕੀ ਸੀ, ਉੱਥੇ 4 ਭਰਾ ਇਕੱਠੇ ਰਹਿੰਦੇ ਸੀ। ਠੀਕ ਹੈ। ਤੇ ਹਸਬੈਂਡ ਦੀ ਡੈਥ ਤੋਂ ਬਾਅਦ ਤੁਸੀਂ ਫਿਰ ਬਟਾਲੇ ਕਿਵੇਂ ਆਣਾ ਹੋਇਆ ਤੁਹਾਡਾ? ਬਟਾਲੇ ਇੱਦਾਂ ਆਉਣਾ ਹੋਇਆ ਕਿ ਮੈਂ ਕੁਝ ਕਰੂੰਗੀ ਤਾਂ ਬੱਚਿਆਂ ਨੂੰ ਖਵਾਵਾਂਗੀ, ਜਦੋਂ ਮੈਂ ਕੁਝ ਕਰੂੰਗੀ ਨਹੀਂ ਤਾਂ ਫਿਰ ਬੱਚਿਆਂ ਨੂੰ ਕਿੱਥੇ ਖਵਾਵਾਂਗੀ। ਫਿਰ ਇਸ ਕਰਕੇ ਮੈਨੂੰ ਬਾਹਰ ਆਉਣਾ ਪਿਆ। ਬਾਹਰ ਆਣ ਕੇ ਇਹਨਾਂ ਨੂੰ ਚਲੋ ਘਰ ਦਾ ਕੰਮ ਕਰਕੇ ਫਿਰ ਇਹਨਾਂ ਨੇ ਪੇਟ ਪਾਲਣਾ ਪਿਆ। ਤੇ ਤੁਸੀਂ ਕੀ ਘਰ ਦੇ ਵਿੱਚ ਕੀ ਕੰਮ ਕਰਦੇ ਹੋ? ਵੀ ਮੈਂ ਲੋਕਾਂ ਦੇ ਘਰੇ ਬਰਤਨ ਸਾਫ਼ ਕਰਨਾ, ਝਾੜੂ ਪੋਚਾ ਕਰਦੀ ਹਾਂ, ਖਾਣਾ ਬਣਾਉਂਦੀ ਹਾਂ, ਇਹ ਕੁਛ ਕਰ ਸਕਦੀ ਹਾਂ। ਹੋਰ ਉਸ ਤੋਂ ਇੰਨੀ ਪੜ੍ਹੀ ਲਿਖੀ ਤਾਂ ਹੈ ਹੀ ਨਹੀਂ ਹੈ ਜਿਹੜੀ ਮੈਂ ਮਤਲਬ ਕਿ ਕੋਈ ਵੱਡੇ ਤੋਂ ਵੱਡੇ ਕੰਮ ਕਰ ਸਕਾਂ। ਸੋਨੀਆ ਜੀ, ਇੱਕ ਚੀਜ਼ ਦੇਖੀ ਜਾਵੇ, ਦੇਖੋ ਕੋਠੀਆਂ ਦੇ ਵਿੱਚ ਕੰਮ ਕਰਕੇ ਕੋਈ ਇੰਨੀ ਜ਼ਿਆਦਾ ਤਨਖਾਹ ਵੀ ਨਹੀਂ ਮਿਲਦੀ, ਇੰਨੀ ਜ਼ਿਆਦਾ ਸੈਲਰੀ ਨਹੀਂ ਮਿਲਦੀ। ਕਿੰਨੀ ਤੁਹਾਨੂੰ ਸੈਲਰੀ ਮਿਲਦੀ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹੋ ਔਰ ਗੁਜ਼ਾਰਾ ਕਰਦੇ ਪਏ ਹੋ? ਇਸ ਲਈ ਜਿੰਨਾ ਕੁ ਮਿਲਦਾ ਉਹਦੇ ਵਿੱਚ ਚਲੋ ਕਈ ਵਾਰੀ ਖਾ ਕੇ ਸੋ ਜਾਂਦੇ, ਕਈ ਵਾਰੀ ਨਹੀਂ ਵੀ ਖਾ ਕੇ ਸੁੱਤੇ ਹੁੰਦੇ, ਕਈ ਵਾਰੀ ਇੱਦਾਂ ਵੀ ਸੋ ਜਾਂਦੇ ਆ। ਰੱਬ ਨੇ ਪਾਣੀ ਦਿੱਤਾ ਹੋਇਆ, ਉਹ ਪਾਣੀ ਦੇਖ ਕੇ ਕਈ ਵਾਰੀ ਉਹ ਵੀ ਸੋ ਜਾਂਦੇ ਆ। ਤਾਂ ਫਿਰ ਕਈ ਵਾਰੀ ਆਂਢ ਗੁਆਂਢੀ ਹੈ, ਕਈ ਵਾਰੀ ਕੁਛ ਇਸ ਤਰ੍ਹਾਂ ਦੀ ਹੈ, ਤਾਂ ਦੇ ਜਾਂਦੇ, ਥੋੜ੍ਹੀ ਬਹੁਤ ਹੈਲਪ ਮਿਲ ਜਾਂਦੀ ਹੈ ਥੋੜ੍ਹੀ ਬਹੁਤ।
ਭੈਣ ਜੀ ਦੇਖੋ, ਇੱਕ ਤੁਹਾਡੇ ਵਾਸਤੇ ਜਾਂ ਵੱਡੇ ਜੀਵ ਵਾਸਤੇ ਭੁੱਖੇ ਰਹਿਣਾ ਪੋਸੀਬਲ ਹੈ ਇੱਕ ਅੱਧਾ ਦਿਨ, ਲੇਕਿਨ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਸਮਾਂ ਕੱਢ ਰਹੇ ਹੋ? ਬੱਚਿਆਂ ਨੂੰ ਭੁੱਖੇ ਰੱਖਣਾ ਤੇ ਬਹੁਤ ਜ਼ਿਆਦਾ ਔਖਾ ਹੋਏਗਾ। ਹਾਂਜੀ ਸਰ ਜੀ, ਹੁਣ ਇਹਦੇ ਵਿੱਚ ਜੋ मैं तो रब ਨੂੰ सोचना चाहिए ना कि हाँ उधरों 4 बेटियां देती है, ठीक है ना, तो ऊपरों अपने हस्बैंड ਨੂੰ ਵੀ ਇਦਾਂ ਕਰ ਦਿੱਤੀ ਆ, ਜਾਂ ਫਿਰ 4 बेटियां ही ना देंदे, अगर ਦਿੱਤਾ ਵੀ ਹੈ तो फिर ਉਹਨੂੰ ਵੀ ਵਾਪਸ ਨਾ ਕਰਦੇ, ਉਹਨੂੰ ਕੋਲ ਰੱਖਦੇ। ਚਲੋ ਅਸੀਂ ਦੋਨੋਂ ਰਲ ਮਿਲ ਕੇ ਗੁਜ਼ਾਰਾ तो कर लेंदे ना। चलो 4 बेटियां है, किसी तो भी बहुत बेटियां माड़ियां नहीं है, बेटियां बहुत चंगी है मेरी बेटियां। मैं तो कहनी कि मेरी बेटियां वर्गी कोई बेटियां है ही नहीं है। बेटियां हर एक ने बहुत वधिया बेटियां, बेटे ना सगों बेटियां ज़्यादा साथ देंदे हैं। जिदा अज मैं ठीक नहीं किस तरह नहीं है, मेरी बेटियां मेरे साथ देंदे हैं, मेरी हेल्प भी वही करते हैं। अज पढ़ाई लिखाई चलो मेरे को नहीं मैं हिम्मत हैगी कि पढ़ाई लिखाई ना मैं करा किस तरह नहीं, पर जित तक अपनी जित तक हैगी मेरी कोशिश ये कि मैं इन्हों पढ़ावां, पर इन्नी हिम्मत नहीं हैगी, इन्ने पैसे नहीं हैगी जी मैं 4 बेटियां ਨੂੰ ਪੜਾ ਸਕਾਂ। ਤੇ ਬੇਟੀਆਂ ਦੇ ਵਿੱਚੋਂ ਕੋਈ ਬੇਟੀ ਪੜ੍ਹਦੀ ਵੀ ਪਈ ਹੈ ਇਸ ਟਾਈਮ ਸਕੂਲ? हाँ जी, एक स्कूल जा रही है, बड़ी बेटी है, बड़ी छोटी बेटी जाती है स्कूल, वो बड़ी बेटी बच्चे सामदी है, मैं काम ते चल जानी हाँ। हूँ चलो नहीं ठीक है मैं नहीं जा रही हाँ, तो वो छोटी बेटी आ जाती है तो छोटी बेटी बच्चों ਨੂੰ ਸਾਂਭਦੀ है, तो फिर बड़ी बेटी चल जाती है, वो ट्यूशन जाती है, वो पढ़ती नहीं है, वो ट्यूशन जाती है। वो ट्यूशन वाली मैडम इस टाइम मतलब कि हर चीज़ तो मैंने मदद देंदे आ, बेटी ਨੂੰ फ्री पढ़ाती पई है, कोई पैसे पूसे नहीं लेंदी। ਜੇ ਗੱਲ ਕਰੀਏ ਆਪਾਂ ਸਮੇਂ ਦੀਆਂ ਸਰਕਾਰਾਂ ਦੀ, ਕਿਆ ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਤੁਹਾਡੀ ਜਾਂ ਬੇਟੀਆਂ ਦੀ ਕੋਈ ਮਦਦ ਅੱਜ ਤੱਕ ਕੀਤੀ ਗਈ ਹੈ? फिलहाल तो मेरी आज तक कोई भी नहीं की गई है, रहंदे आ तो मैं इत्थे आण के अपना टाइम पास। ਯਾਨੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ 2 ਸਾਲ ਤੋਂ ਤੁਹਾਡੇ ਪਤੀ ਦੀ ਡੈਥ ਹੋ ਚੁੱਕੀ ਹੈ, 2 ਸਾਲ ਤੋਂ ਬੱਚਿਆਂ ਦਾ ਪਾਲਣ ਪੋਸ਼ਣ ਜਿਹੜਾ ਤੁਸੀਂ ਹੀ ਕਰ ਰਹੇ ਹੋ? हाँ जी, जिस तरह मतलब कि उत्थे आपां ਰਹਿੰਦੇ ਸੀ, ਜਿੰਨਾ ਕਰ ਮੈਂ ਕੰਮ ਕਰਦੇ ਸੀ ਉਹ ਚਲੋ ਉਹ ਲੈ ਕੇ ਆਏ ਸੀ, ਮੈਨੂੰ ਬਟਾਲੇ ਲੈ ਕੇ ਆਏ ਸੀ, ਕੁਝ ਰਾਸ਼ਨ ਪਾਣੀ ਉਹ ਦਿੰਦੇ ਸੀ, ਚਲੋ ਮੇਰੇ ਗੁਜ਼ਾਰਾ ਹੋ ਜਾਂਦਾ ਸੀ। तो पर इस टाइम कुछ प्रॉब्लम इदा दा होया वा, तो इस करके मैनू इत्थे आण के रहना पिया। ਜਦੋਂ 2 ਸਾਲ ਪਹਿਲੇ ਹਸਬੰਡ ਦੀ ਤੁਹਾਡੀ ਡੈਥ ਹੋ ਗਈ, ਡਾਲਾ ਚੈੱਕ ਜਿੱਥੇ ਤੁਸੀਂ ਤੁਹਾਡੀ ਮੈਰਿਜ ਹੋਈ ਸੀਗੀ ਉੱਥੇ ਮਕਾਨ ਆਪਦਾ ਸੀਗਾ ਜਾਂ ਫਿਰ ਉੱਥੇ ਵੀ ਤੁਸੀਂ ਰੈਂਟ ਤੇ ਹੀ ਸੀਗੇ? ਨਹੀਂ, ਉੱਥੇ ਆਪਣਾ ਸੀ, ਗੁਜ਼ਾਰਾ ਚੁੱਕੀ ਸੀ, ਉੱਥੇ 4 ਭਰਾ ਇਕੱਠੇ ਰਹਿੰਦੇ ਸੀ। ਠੀਕ ਹੈ, ਤੇ ਹਸਬੰਡ ਦੀ ਡੈਥ ਤੋਂ ਬਾਅਦ ਤੁਸੀਂ ਫਿਰ ਬਟਾਲੇ ਕਿਵੇਂ ਆਣਾ ਹੋਇਆ ਤੁਹਾਡਾ? ਬਟਾਲੇ ਇਦਾਂ ਆਣਾ ਹੋਇਆ ਕਿ मैं कुछ करूँगी तो बच्चों को खवावांगी, जो मैं कुछ करूँगी नहीं तो फिर बच्चों को कितने खवावांगी, फिर इस करके मैनू बाहर आना पिया। बाहर आन के इन्हों चलो घर का काम करके फिर इन्होंने पेट पालना पिया। ਤੇ ਤੁਸੀਂ ਕੀ ਘਰ ਦੇ ਵਿੱਚ ਕੀ ਕੰਮ ਕਰਦੇ ਹੋ? फिर मैं लोगों के घरे बर्तन साफ करना, झाड़ू पोछा करती हाँ, खाना बनानी हाँ, यही कुछ कर सकती हाँ। और उस तो इन्नी पढ़ी लिखी तो है ही नहीं है जी मैं मतलब कि कोई बड़े तो बड़े काम कर सका। ਸੋਨੀਆ ਜੀ, ਇੱਕ ਚੀਜ਼ ਦੇਖੀ ਜਾਵੇ, ਦੇਖੋ ਕੋਠੀਆਂ ਦੇ ਵਿੱਚ ਕੰਮ ਕਰਕੇ ਕੋਈ ਇੰਨੀ ਜ਼ਿਆਦਾ ਤਨਖਾਹ ਵੀ ਨਹੀਂ ਮਿਲਦੀ, ਇੰਨੀ ਜ਼ਿਆਦਾ ਸੈਲਰੀ ਨਹੀਂ ਮਿਲਦੀ। ਕਿੰਨੀ ਤੁਹਾਨੂੰ ਸੈਲਰੀ ਮਿਲਦੀ ਔਰ ਕਿਸ ਤਰ੍ਹਾਂ ਤੁਸੀਂ ਆਪਣੇ ਬੱਚਿਆਂ ਦਾ ਪੇਟ ਪਾਲ ਰਹੇ ਹੋ ਔਰ ਗੁਜ਼ਾਰਾ ਕਰਦੇ ਪਏ ਹੋ? ਇਸ ਲਈ ਜਿੰਨਾ ਕੋ ਮਿਲਦਾ ਉਹਦੇ ਵਿੱਚ ਚਲੋ ਕਈ ਵਾਰੀ ਖਾ ਕੇ ਸੋ ਜਾਂਦੇ, ਕਈ ਵਾਰੀ नहीं भी खा के सोए सुते होंगे, कई बारी इदा भी सो जाते हैं। रब ने पानी दिता होया पानी देख के कई बारी वो भी सो जाते हैं। तो फिर कई बारी आंढ गुआढ़ी है, कई बारी कुछ इस तरह दी है तो दे जाते, थोड़ी बहुत हेल्प मिल जाती है थोड़ी बहुत। ਭੈਣ ਜੀ ਦੇਖੋ, ਇੱਕ ਤੁਹਾਡੇ ਵਾਸਤੇ ਜਾਂ ਵੱਡੇ ਜੀਵ ਵਾਸਤੇ ਭੁੱਖੇ ਰਹਿਣਾ ਪੋਸੀਬਲ ਹੈ ਇੱਕ ਅੱਧਾ ਦਿਨ, ਲੇਕਿਨ ਛੋਟੇ ਛੋਟੇ ਬੱਚਿਆਂ ਦੇ ਨਾਲ ਕਿਸ ਤਰ੍ਹਾਂ ਯਾਨੀ ਕਿ ਤੁਸੀਂ ਸਮਾਂ ਕੱਢ ਰਹੇ ਹੋ? ਬੱਚਿਆਂ ਨੂੰ ਭੁੱਖੇ ਰੱਖਣਾ ਤੇ ਬਹੁਤ ਜ਼ਿਆਦਾ ਔਖਾ ਹੋਏਗਾ। ਹਾਂਜੀ ਸਰ ਜੀ, ਹੁਣ ਇਹਦੇ ਵਿੱਚ ਜੋ मैं तो रब ਨੂੰ सोचना चाहिए ना कि हाँ उधरों 4 बेटियां देती है, ठीक है ना, तो ऊपरों
ਆਪਣੇ ਹਸਬੰਡ ਨੂੰ ਵੀ ਇਦਾਂ ਕਰ ਦਿੱਤੀ ਆ, ਜਾਂ ਫਿਰ 4 ਬੇਟੀਆਂ ਹੀ ਨਾ ਦਿੰਦੇ। ਅਗਰ ਦਿੱਤਾ ਵੀ ਹੈ ਤਾਂ ਫਿਰ ਉਹਨੂੰ ਵੀ ਵਾਪਸ ਨਾ ਕਰਦੇ, ਉਹਨੂੰ ਕੋਲ ਰੱਖਦੇ। ਚਲੋ ਅਸੀਂ ਦੋਨੋਂ ਰਲ ਮਿਲ ਕੇ ਗੁਜ਼ਾਰਾ ਤਾਂ ਕਰ ਲੈਂਦੇ ਨਾ। ਚਲੋ 4 ਬੇਟੀਆਂ ਆਏ, ਕਿਸੇ ਤੋਂ ਵੀ ਬਹੁਤ ਬੇਟੀਆਂ ਮਾੜੀਆਂ ਨਹੀਂ ਆ, ਬੇਟੀਆਂ ਬਹੁਤ ਚੰਗੀਆਂ ਹੈ ਮੇਰੀ ਬੇਟੀਆਂ। ਮੈਂ ਤਾਂ ਕਹਿੰਦੀ ਕਿ ਮੇਰੀ ਬੇਟੀਆਂ ਵਰਗੀ ਕੋਈ ਬੇਟੀਆਂ ਹੈ ਹੀ ਨਹੀਂ ਆ। ਬੇਟੀਆਂ ਹਰ ਇੱਕ ਨੂੰ ਬਹੁਤ ਵਧੀਆ ਬੇਟੀਆਂ, ਬੇਟੇ ਨਾਲ ਸਗੋਂ ਬੇਟੀਆਂ ਜ਼ਿਆਦਾ ਸਾਥ ਦਿੰਦੇ ਆ। ਜਿੱਦਾਂ ਅੱਜ ਮੈਂ ਠੀਕ ਨਹੀਂ, ਕਿਸ ਤਰ੍ਹਾਂ ਨਹੀਂ ਹੈ, ਮੇਰੀ ਬੇਟੀਆਂ ਮੇਰੇ ਸਾਥ ਦਿੰਦੇ ਆ, ਮੇਰੀ ਹੈਲਪ ਵੀ ਉਹੀ ਕਰਦੇ ਆ। ਅੱਜ ਪੜ੍ਹਾਈ ਲਿਖਾਈ ਚਲੋ ਮੇਰੇ ਕੋਲ ਨਹੀਂ ਮੇਰੀ ਹਿੰਮਤ ਹੈਗੀ ਕਿ ਪੜ੍ਹਾਈ ਲਿਖਾਈ ਨਾਲ ਮੈਂ ਕਰਾਂ ਕਿਸ ਤਰ੍ਹਾਂ ਨਹੀਂ, ਪਰ ਜਿੱਥੇ ਤੱਕ ਹੈਗੀ ਮੇਰੀ ਕੋਸ਼ਿਸ਼ ਹੈ ਕਿ ਮੈਂ ਇਹਨਾਂ ਨੂੰ ਪੜ੍ਹਾਵਾਂ, ਪਰ ਇੰਨੀ ਹਿੰਮਤ ਨਹੀਂ ਹੈਗੀ, ਨਹੀਂ ਪੈਸੇ ਨਹੀਂ ਹੈਗੀ ਜੇ ਮੈਂ 4 ਬੇਟੀਆਂ ਨੂੰ ਪੜ੍ਹਾ ਸਕਾਂ। ਤੇ ਬੇਟੀਆਂ ਦੇ ਵਿੱਚੋਂ ਕੋਈ ਬੇਟੀ ਪੜ੍ਹਦੀ ਵੀ ਪਈ ਹੈ ਇਸ ਟਾਈਮ ਸਕੂਲ? ਹਾਂਜੀ, ਇੱਕ ਸਕੂਲ ਜਾ ਰਹੀ ਹੈ, ਵੱਡੀ ਬੇਟੀ ਹੈ, ਛੋਟੀ ਬੇਟੀ ਜਾਂਦੀ ਹੈ ਸਕੂਲ। ਉਹ ਵੱਡੀ ਬੇਟੀ ਬੱਚੇ ਸਾਂਭਦੀ ਹੈ, ਮੈਂ ਕੰਮ ਤੇ ਚਲ ਜਾਂਦੀ ਹਾਂ। ਹੁਣ ਚਲੋ ਨਹੀਂ ਠੀਕ ਹੈ, ਮੈਂ ਨਹੀਂ ਜਾ ਰਹੀ ਹਾਂ। तो वो छोटी बेटी आ जाती है तो छोटी बेटी बच्चों को सामभदी है, तो फिर बड़ी बेटी चल जाती है, वो ट्यूशन जाती है, वो पढ़ती नहीं है, वो ट्यूशन जाती है। वो ट्यूशन वाली मैडम इस टाइम मतलब कि हर चीज़ तो मैंने मदद देंगे आ, बेटी ਨੂੰ फ्री पढ़ाती पई है, कोई पैसे पूसे नहीं लेंदी। ਜੇ ਗੱਲ ਕਰੀਏ ਆਪਾਂ ਸਮੇਂ ਦੀਆਂ ਸਰਕਾਰਾਂ ਦੀ, क्या ਸਰਕਾਰਾਂ ਵੱਲੋਂ ਜਾਂ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦੀ ਤੁਹਾਡੀ ਜਾਂ ਬੇਟੀਆਂ ਦੀ ਕੋਈ ਮਦਦ ਅੱਜ ਤੱਕ ਕੀਤੀ ਗਈ ਹੈ? फिलहाल तो मेरी आज तक कोई भी नहीं की गई है। मेरे हस्बैंड है तो उधर लॉकडाउन से तो शुगर बिल्कुल लो हो गया सी, तो कुछ नहीं मिलिया, मतलब कि पैसे पूसे लॉकडाउन के ਵਿੱਚ कुछ नहीं ਸਾਡੇ ਕੋਲ ਹੈਗਾ ਸੀ, ਇਸ ਤਰ੍ਹਾਂ ਨਹੀਂ ਹੈ, ਤੇ ਇਸ ਕਰਕੇ ਇਹਨਾਂ ਦੀ ਦਿੱਤ। ਕਿ ਹਮੇਸ਼ਾ ਮਜਬੂਰੀ ਦਾ ਫਾਇਦਾ ਚੱਕਿਆ ਜਾਂਦਾ ਹੈ। ਔਰ ਤੁਸੀਂ ਇਹ ਵੀ ਸੁਣਿਆ ਹੈ ਕਿ ਜਿੱਥੇ ਪਹਿਲੇ ਉਹ ਰਹਿ ਰਹੇ ਸਨ ਉਧਰ ਵੀ ਇੱਕ ਛੋਟੀ ਬੱਚੀ ਦੇ ਨਾਲ, ਜਿਸ ਦੀ ਉਮਰ ਮੇਰੇ ਖਿਆਲ ਨਾਲ 6 ਜਾਂ 7 ਸਾਲ ਹੋਏਗੀ, ਉਸ ਬੱਚੀ ਦੇ ਨਾਲ ਇਸ ਤਰ੍ਹਾਂ ਦਾ ਤਸ਼ੱਦਦ, ਔਰ ਉਸ ਤੋਂ ਬਾਅਦ ਕਹਿਣਾ ਕਿ ਤੁਹਾਡੀ ਬੱਚੀ ਦਾ ਕਸੂਰ ਹੈ, ਤੇ ਮਾਂ ਨੂੰ ਮਜਬੂਰਨ ਉਹ ਘਰ ਛੱਡ ਕੇ ਅੱਜ ਬਟਾਲੇ ਦੇ ਨਾਲ ਲੱਗਦੇ ਪਿੰਡ ਸੰਗਤਪੁਰੇ ਦੇ ਵਿੱਚ ਕਿਰਾਏ ਤੇ ਆਪਣੀ ਜ਼ਿੰਦਗੀ ਬਤੀਤ ਕਰ ਰਹੀ ਹੈ, ਕੋਠੀਆਂ ਦੇ ਵਿੱਚ ਕੰਮਕਾਰ ਕਰਕੇ ਆਪਣੇ ਬੱਚਿਆਂ ਦਾ ਪੇਟ ਪਾਲ ਰਹੀ ਹੈ। ਲੇਕਿਨ ਜੇ ਗੱਲ ਕਰੀਏ ਸਮੇਂ ਦੀਆਂ ਸਰਕਾਰਾਂ ਦੀ, ਤਾਂ ਤੁਹਾਡੇ ਸਾਹਮਣੇ ਹੈ ਕਿ 4 ਬੇਟੀਆਂ ਹੋਣ ਦੇ ਬਾਵਜੂਦ ਵੀ ਸਰਕਾਰਾਂ ਵੱਲੋਂ ਜੇ ਦੇਖਿਆ ਜਾਵੇ ਤੇ ਹਜੇ ਤੱਕ ਕੋਈ ਵੀ ਮਦਦ ਮੁਹੱਈਆ ਨਹੀਂ ਕਰਵਾਈ ਗਈ ਹੈ। ਇੱਕ ਇਸ ਪਰਿਵਾਰ ਦੇ ਵੱਲੋਂ ਲਾਈਟ ਆਫ ਨੇਸ਼ਨ ਦੇ ਮਾਧਿਅਮ ਰਾਹੀਂ ਇੱਕ ਗੁਹਾਰ ਜ਼ਰੂਰ ਲਗਾਉਣਾ ਚਾਹਾਂਗੇ ਡੀਸੀ ਸਾਹਿਬ ਗੁਰਦਾਸਪੁਰ ਮੁਹੰਮਦ ਇਸ਼ਫਾਕ, ਜੋ ਇੱਕ ਬਹੁਤ ਵਧੀਆ ਇਨਸਾਨ ਨੇ, ਔਰ ਉਹਨਾਂ ਦੀ ਜ਼ਿੰਮੇਵਾਰੀ ਵੀ ਬਣਦੀ ਹੈ ਕਿ ਉਹਨਾਂ ਦੇ ਸ਼ਹਿਰ ਦੇ ਵਿੱਚ 4 ਛੋਟੀਆਂ ਬੱਚੀਆਂ ਆਪਣੀ ਮਾਂ ਦੇ ਨਾਲ ਰਹਿ ਰਹੀਆਂ ਨੇ, ਔਰ ਉਸ ਦੀ ਮਾਂ ਕੋਠੀਆਂ ਦੇ ਵਿੱਚ ਕੰਮ ਕਰਕੇ ਬੜੀ ਮੁਸ਼ਕਿਲ ਦੇ ਨਾਲ ਆਪਣਾ ਜੀਵਨ ਬਤੀਤ ਕਰ ਰਹੀ ਹੈ। ਔਰ ਸਮੇਂ ਦੀਆਂ ਸਰਕਾਰਾਂ ਦੀ ਜੇ ਗੱਲ ਕਰੀਏ, ਦਾਅਵੇ ਕਰਦੀਆਂ ਨੇ ਡਿਵੈਲਪਮੈਂਟ ਦੀਆਂ, ਤੇ ਦਾਅਵੇ ਕਰਦੀਆਂ ਨੇ ਬੇਟੀ ਪੜਾਓ ਬੇਟੀ ਬਚਾਓ ਦੇ ਨਾਰੇ ਦੀਆਂ। ਸੋ ਕਿਤੇ ਨਾ ਕਿਤੇ ਉਹਨਾਂ ਅੱਗੇ ਵੀ ਲਾਈਟ ਆਫ ਨੇਸ਼ਨ ਦੇ ਮਾਧਿਅਮ ਰਾਹੀਂ ਇੱਕ ਗੁਹਾਰ ਲਗਾਉਣਾ ਚਾਹੁੰਦੇ ਹਾਂ ਕਿ ਜ਼ਰੂਰ ਇਸ ਮਾਂ ਦੀ ਔਰ ਉਸ ਬੱਚਿਆਂ ਦੀ ਮਦਦ ਕਰਨੀ ਚਾਹੀਦੀ ਹੈ। ਔਰ ਜਿੰਨੇ ਵੀ ਦਰਸ਼ਕ ਨੇ ਲਾਈਟ ਆਫ ਨੇਸ਼ਨ ਦੇ, ਉਹਨਾਂ ਨੂੰ ਵੀ ਇੱਕ ਗੁਹਾਰ ਲਗਾਉਂਦੇ ਇਸ ਪਰਿਵਾਰ ਵੱਲੋਂ। ਇਸ ਨਿਊਜ਼ ਦੇ ਨੀਚੇ ਇਹਨਾਂ ਦੇ ਬੈਂਕ ਦਾ ਨੰਬਰ, ਇਹਨਾਂ ਦਾ ਮੋਬਾਈਲ ਨੰਬਰ ਨਾਲ ਜ਼ਰੂਰ ਅਸੀਂ ਮੈਂਸ਼ਨ ਕਰ ਰਹੇ ਹਾਂ। ਜੋ ਵੀ ਦਾਨੀ ਸੱਜਣ, ਪੰਜਾਬ ਦੇ ਵਿੱਚ ਖਾਸ ਕਰਕੇ ਦਾਨੀ ਸੱਜਣਾ ਦੀ ਕਮੀ ਨਹੀਂ ਹੈ, ਔਰ ਉਮੀਦ ਹੈ ਇਸ ਪਰਿਵਾਰ ਦੀ ਮਦਦ ਕਰਨ ਵਾਸਤੇ ਬਥੇਰੇ ਦਾਨੀ ਸੱਜਣ ਅੱਗੇ ਆਣਗੇ। ਔਰ ਮੈਂ ਰਮੇਸ਼ ਬਹਿਲ, ਪੱਤਰਕਾਰ ਲਾਈਟ ਆਫ ਨੇਸ਼ਨ, ਇਸ ਪਰਿਵਾਰ ਲਈ ਗੁਹਾਰ ਲਗਾਉਣਾ ਹੈ ਕਿ ਵੱਧ ਚੜ੍ਹ ਕੇ ਇਸ ਪਰਿਵਾਰ ਦਾ ਸਾਥ ਦਿਓ, ਤਾਂ ਕਿ ਜੋ 4 ਛੋਟੀਆਂ ਬੱਚੀਆਂ ਨੇ, ਇਹਨਾਂ ਦੇ ਪਾਲਣ ਪੋਸ਼ਣ ਦੇ ਵਿੱਚ ਔਰ ਇਹਨਾਂ ਦੀ ਪੜ੍ਹਾਈ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਕਮੀ ਨਾ ਆਵੇ। ਇਨਸਾਨੀਅਤ ਦੇ ਨਾਤੇ ਹਮੇਸ਼ਾ ਦਰਸ਼ਕ ਅੱਗੇ ਆਉਂਦੇ ਰਹੇ ਨੇ, ਦਾਨੀ ਸੱਜਣ ਅੱਗੇ ਆਉਂਦੇ ਰਹੇ ਨੇ, ਔਰ ਉਮੀਦ ਹੈ ਇਸ ਪਰਿਵਾਰ ਦੀ ਮਦਦ ਵਾਸਤੇ ਵੀ ਜ਼ਰੂਰ ਅੱਗੇ ਆਣਗੇ। ਔਰ ਅਸੀਂ ਇੱਕ ਗੱਲ ਹੋਰ ਇਹਨਾਂ ਨਾਲ, ਉਹਨਾਂ ਨੇ ਇਹ ਵੀ ਆਇਆ ਸੀ ਕਿ ਤੁਹਾਡੀ ਆਪ ਦੀ ਤਬੀਅਤ ਵੀ ਠੀਕ ਨਹੀਂ ਰਹਿੰਦੀ, ਕੀ ਪ੍ਰੋਬਲਮ ਹੈ ਤੁਹਾਨੂੰ? जी एक्चुअली मेरे दिल से बहुत दर्द निकलती है, तो दिल के दर्द निकलते जिदा मैं बच्चे कई बार भुखे सो जाते हैं, कई बार इस तरह तो मैं टेंशन ले लेनी हाँ, परेशान हो जाती हाँ,
तो ਉਹਦੇ ਕਰਕੇ ਦਿਲ 'ਚ ਕਾਫੀ ਦਰਦ ਨਿਕਲਦੀ ਆ। तो ਕਈ ਵਾਰੀ ਮੈਂ ਕੰਮ ਕਰਦੀ ਵੀ ਦਿਲ 'ਚੋਂ ਦਰਦ ਨਿਕਲਦੀ ਹੈ, तो ਬਰਦਾਸ਼ਤ ਨਹੀਂ ਹੁੰਦਾ। ਸਾਹ ਵੀ ਨਹੀਂ ਕਈ ਵਾਰੀ ਆਉਂਦਾ, ਤੇ ਇੱਦਾਂ ਲੱਗਦਾ ਜਿੱਦਾਂ ਕਿ ਮੈਂ ਹੁਣ ਵੀ ਨਹੀਂ ਹੈਗੀ, ਤੇ ਕੱਲ ਵੀ नहीं तो ਹੁਣ भी नहीं है। तो इलाज वास्ते जानी है, तो कोल पैसे भी नहीं हुंदा, तो साह इन्नी मतलब कि बंद हो जाती है। कई बार मैं बेटी नूं कहनी अपनी साह दे नाल मैनूं साह दे, तो बेटी कई बार मैनूं साह दे नाल साह दिंदी है। मेरी बड़ी बेटी है, वो मैनूं साह दे नाल साह दिंदी है, तो मैं थोड़ा जिहा मैनूं ठीक लगदी है, फिर मैं उठ के अपना जो भी काम है मैं करती हूँ। डॉक्टर्स वगैरह को चेकअप वगैरह करवाया इस नहीं, संबंध में? कुछ भी नहीं, इन्नी पैसे नहीं हैगी, इन्नी मतलब कि इन्नी गुंजाइश नहीं हैगी जो मैं डॉक्टर जाके डॉक्टर को बस दर्द दी या फिर पेन किलर रखिया, पेन किलर खा लेनी है, बस ਉਹਦੇ ਨਾਲ गुजारा करी जानी है। तो रोज ही मैनू पेन किलर खाना पैंदा है कि मैनू दर्द ना शुरू हो जाए, मैनू इन्ना नौबत ना आ जाए कि मेरी बेटी नू फिर दोबारा मैनू साह देना पे। ਤੁਸੀਂ ਦੇਖਿਆ ਸੀ ਉਸ ਮਾਂ ਦੇ ਨਾਲ ਗੱਲ ਕੀਤੀ ਜੋ 4 ਬੱਚਿਆਂ ਦਾ ਪਾਲਣ ਪੋਸ਼ਣ ਤੇ ਕਰ ਰਹੀ ਹੈ, ਲੇਕਿਨ ਉਸ ਦੇ ਕੋਲ ਆਪ ਦੇ ਲਈ ਦਵਾਈ ਲੈਣ ਜੋਗੇ ਵੀ ਪੈਸੇ ਨਹੀਂ ਹਨ। ਔਰ ਇੱਥੇ ਤੱਕ ਵੀ ਸਿਚੁਏਸ਼ਨ ਆ ਚੁੱਕੀ ਹੈ ਕਿ ਉਹਨਾਂ ਨੂੰ ਬੇਟੀ ਦੇ ਆਰਟੀਫੀਸ਼ੀਅਲ ਸਾਹ ਲੈਣ ਦੀ ਵੀ ਜ਼ਰੂਰਤ ਪੈ ਚੁੱਕੀ ਹੈ, ਲੇਕਿਨ ਫਿਰ ਵੀ ਉਹ ਆਪਣੇ ਬੱਚਿਆਂ ਨੂੰ ਕਦੀ ਭੁੱਖਿਆ ਨਾ ਰੱਖ ਕੇ ਆਪ ਭੁੱਖੀ ਰਹਿ ਰਹੀ ਹੈ ਔਰ ਆਰਟੀਫੀਸ਼ੀਅਲ ਸਾਹ ਵੀ ਲੈ ਰਹੀ ਹੈ ਔਰ ਡਾਕਟਰਾਂ ਦੇ ਕੋਲ ਇਲਾਜ ਵਾਸਤੇ ਵੀ ਨਹੀਂ ਜਾ ਸਕਦੀ। ਇਸ ਕਰਕੇ ਕਹਿੰਦੇ ਆ ਕਿ ਮਾਂ ਵਰਗਾ ਕੋਈ ਨਹੀਂ ਦੁਨੀਆ ਤੇ। ਸੋ ਕਿਤੇ ਨਾ ਕਿਤੇ ਬਟਾਲੇ ਦੀਆਂ ਜਿਹੜੀਆਂ ਸਮਾਜ ਸੇਵੀ ਸੰਸਥਾਵਾਂ ਨੇ ਉਹਨਾਂ ਨੂੰ ਵੀ ਅੱਗੇ ਆ ਕੇ ਇਸ ਮਾਂ ਔਰ ਇਸ ਬੱਚੀਆਂ ਦਾ ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਜਿਹੜੀਆਂ ਇਹ ਬੱਚੀਆਂ ਨੇ ਬੱਚੀਆਂ ਪੜ੍ਹ ਲਿਖ ਸਕਣ ਔਰ ਆਪਣਾ ਭਵਿੱਖ ਜਿਹੜਾ ਉਹ ਬਣਾ ਸਕਣ। ਤੁਸੀਂ ਦੇਖ ਰਹੇ ਸੀ ਲਾਈਟ ਆਫ ਨੇਸ਼ਨ। ਹੁਣ ਤੱਕ ਇੰਨਾ ਹੀ। ਮੈਂ ਰਮੇਸ਼ ਬਹਿਲ, ਕੈਮਰਾਮੈਨ ਸਨੀ ਦੇ ਨਾਲ। ਧੰਨਵਾਦ।